ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਟਾਰ ਆਨਲਾਈਨ ਸਟੱਡੀ ਵਿੱਚ। ਤੇ ਅੱਜ ਆਪਾਂ ਇੱਕ ਨਵੇਂ ਟੌਪਿਕ ਨੂੰ ਲੈ ਕੇ ਆਏ ਹਾਂ, ਜਿਹਦਾ ਟੌਪਿਕ ਦੇ ਅੱਜ ਆਪਾਂ ਸ਼ਬਦ ਬਾਰੇ ਗੱਲ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਰੀਟ 2020 ਭਰਤੀ ਦੇ ਵਿੱਚ ਆਪਾਂ ਪੰਜਾਬੀ ਦੀ ਕਲਾਸਾਂ ਸ਼ੁਰੂ ਕਰ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਭਾਸ਼ਾ, ਧੁਨੀ ਦਾ ਵਰਗੀਕਰਨ ਅਤੇ ਵਰਨ ਆਦੀਆਂ ਦੇ ਬਾਰੇ ਆਪਾਂ ਆਦਿ ਚੀਜ਼ਾਂ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਨੇ। ਤਾਂ ਅੱਜ ਆਪਾਂ ਗੱਲ ਕਰਾਂਗੇ ਸ਼ਬਦ ਦੇ ਬਾਰੇ। ਦੋਸਤੋ, ਜੇਕਰ ਤੁਹਾਨੂੰ ਆ ਵੀਡੀਓ ਤੁਹਾਡੇ ਲਈ ਫਾਇਦੇਮੰਦ ਲੱਗਦੀ ਹੈ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਕੋਲੇ ਨਾਲ ਲੱਗ ਗਈ ਬੈਲ ਆਈਕਨ ਨੂੰ ਵੀ ਦਬਾਓ, ਤਾਂ ਕਿ ਜੋ ਵੀ ਵੀਡੀਓ ਨਈ ਲੇਟੈਸਟ ਅਪਡੇਟ ਹੋਏ ਉਹ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ। ਤਾਂ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਵੀ ਸ਼ਬਦ ਬਾਰੇ, ਵੀ ਸ਼ਬਦ ਕਿਹਨੂੰ ਕਹਿੰਦੇ ਆ, ਸ਼ਬਦ ਦਾ ਭਾਵ ਕੀ ਹੈ, ਉਹਦੇ ਬਾਰੇ ਗੱਲ ਕਰਾਂਗੇ। ਤਾਂ ਚਲੋ ਬਹੁਤਾ ਟਾਈਮ ਨਾ ਲੈਂਦੇ ਹੋਏ ਅੱਜ ਆਪਾਂ ਆਪਦੀ ਕਲਾਸ ਸਟਾਰਟ ਕਰਦੇ ਹਾਂ ਜੀ। ਭਾਸ਼ਾ ਨੂੰ ਪ੍ਰਗਟ ਕਰਨ ਦਾ ਇੱਕ ਮਹੱਤਵਪੂਰਨ ਸਥਾਨ ਹੈ। ਠੀਕ ਹੈ, ਵੀ ਕਹਿਣ ਦਾ ਮਤਲਬ ਹੈਗਾ ਜੀ, ਭਾਸ਼ਾ ਨੂੰ ਪ੍ਰਗਟ ਕਰਨਾ ਇੱਕ ਮਹੱਤਵਪੂਰਨ ਸਾਧਨ ਹੈ ਅਤੇ ਵਿਆਕਰਣ ਦੇ ਪੱਖ ਤੋਂ ਸ਼ਬਦ ਭਾਸ਼ਾ ਦਾ ਮੁੱਲ ਇਕਾਈ ਹੈ। ਠੀਕ ਹੈ, ਵਿਆਕਰਣ ਦੇ ਵਿੱਚ ਯਾਨੀ ਵਿਆਕਰਣ ਦਾ ਜਿਹੜਾ ਪੱਖ ਹੈ ਉਹਦੇ ਵਿੱਚ ਮੁੱਲ ਇਕਾਈ ਹੈਗੀ ਸ਼ਬਦ ਅਰਥਾਂ ਦੀ ਪੱਧਰ ਤੋਂ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਸਾਰਥਕ ਇਕਾਈ ਹੈਗੀ। ਠੀਕ ਹੈ ਜੀ, ਸਾਰਥਕ ਇਕਾਈ ਹੈਗੀ ਛੋਟੀ ਤੋਂ ਛੋਟੀ, ਅਤੇ ਇੱਕ ਅੱਖਰ ਜਾਂ ਇੱਕ ਤੋਂ ਵੱਧ ਅੱਖਰਾਂ ਦਾ ਸਮੂਹ ਹੈ ਜਿਸ ਦਾ ਅਰਥ ਹੋਏ ਸ਼ਬਦ ਹੁੰਦਾ ਹਨ। ਕੋਈ ਵੀ ਇੱਕ ਅੱਖਰ ਹੋਏ, ਚਾਹੇ ਇੱਕ ਤੋਂ ਵੱਧ ਅੱਖਰ ਹੋਏ, ਅਤੇ ਉਹਦਾ ਅਰਥ ਨਿਕਲਦਾ ਹੋਏ, ਉਸ ਨੂੰ ਕੀ ਬੋਲਾਂਗੇ? ਉਸ ਨੂੰ ਆਪਾਂ ਸ਼ਬਦ ਬੋਲਾਂਗੇ। ਸ਼ਬਦ ਵਰਨਾਂ ਅਤੇ ਲਗਾ ਅੱਖਰਾਂ ਦੇ ਜੋੜ ਨਾਲ ਬਣਦੇ ਹਨ। ਵੀ ਜਿਹੜੇ ਸ਼ਬਦ ਹੈਗੇ ਉਹ ਬਣਦੇ ਹੈ ਜੀ ਸ਼ਬਦ ਵਰਨਾਂ ਲਗਾ ਅੱਖਰਾਂ ਦੇ ਜੋੜ ਨਾਲ ਬਣਦੇ ਹੈਗੇ, ਉਹਨਾਂ ਨੂੰ ਆਪਾਂ ਸ਼ਬਦ ਕਹਿੰਦੇ ਹੈਗੇ। ਅੱਗੇ ਗੱਲ ਕੀਤੀ ਜਾਵੇ ਤਾਂ ਮਨੁੱਖ ਆਪਣੇ ਮੂੰਹ ਵਿੱਚੋਂ ਧੁਨੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਹਨ, ਕੁਝ ਧੁਨੀਆਂ ਦਾ ਉਚਾਰਨ ਕਰਦਾ ਹੈ ਅਤੇ ਇਹਨਾਂ ਧੁਨੀਆਂ ਨੂੰ ਆਪਣਾ ਨਿਸ਼ਚਿਤ ਅਰਥ ਨਹੀਂ ਹੁੰਦਾ ਹੈ, ਪਰੰਤੂ ਇਹਨਾਂ ਧੁਨੀਆਂ ਦੇ ਸੰਯੋਗ ਨਾਲ ਕੁਝ ਅੱਖਰਾਂ ਦੀ ਸਿਰਜਣਾ ਹੁੰਦੀ ਹੈ। ਇਹਨਾਂ ਅੱਖਰਾਂ ਦੇ ਸੰਯੋਗ ਨਾਲ ਬਣੇ ਛੋਟੇ ਤੋਂ ਛੋਟੇ ਸਾਰਥਕ ਬੋਲ ਨੂੰ ਸ਼ਬਦ ਕਿਹਾ ਜਾਂਦਾ ਹੈ। ਦੇਖੋ ਜੀ, ਕਹਿਣ ਦਾ ਮਤਲਬ ਹੈ ਵੀ ਜਿਹੜਾ ਮਨੁੱਖ ਆਪਣੇ ਮੂੰਹ ਵਿੱਚੋਂ ਕੋਈ ਵੀ ਧੁਨੀ ਯੰਤਰ ਨਾਲ ਕੁਝ ਧੁਨੀਆਂ ਨਿਕਲਦੀਆਂ ਅਤੇ ਜਿਹਦਾ ਨਿਸ਼ਚਿਤ ਕੋਈ ਅਰਥ ਨਹੀਂ ਹੁੰਦਾ ਹੈ, ਪਰੰਤੂ ਇਹਨਾਂ ਧੁਨੀਆਂ ਦੇ ਸੰਯੋਗ ਨਾਲ ਵੀ ਇਕੱਲੇ ਦਾ ਤਾਂ ਕੋਈ ਅਰਥ ਨਹੀਂ ਹੁੰਦਾ, ਲੇਕਿਨ ਕੁਝ ਮਿਲ ਕੇ ਅਤੇ ਉਹਨਾਂ ਦਾ ਕੋਈ ਅਰਥ ਨਿਕਲਦਾ ਹੋਏ, ਉਸ ਨੂੰ ਕੀ ਕਿਹਾ ਜਾਂਦਾ? ਸ਼ਬਦ ਕਿਹਾ ਜਾਂਦਾ। ਜਿਵੇਂ ਉਦਾਹਰਨ 'ਤੇ ਦੇਖ ਲਓ, ਜਿਵੇਂ ਆਪਾਂ ਕੱਕਾ, ਮੰਮਾ ਅਤੇ ਲੱਲਾ ਤਿੰਨੇ ਹੀ ਹੈਗੇ, ਇਹਨਾਂ ਨੂੰ ਅਗਰ ਆਪਾਂ ਜੋੜ ਦਈਏ ਕਮਲ ਬਣ ਗਿਆ, ਇਹਨੂੰ ਘੁਮਾ ਕੇ ਫਿਰ ਕਰਾਂਗੇ ਕਲਮ ਬਣ ਗਿਆ ਹੈਗਾ, ਅਤੇ ਅਗਰ ਇਹਨੂੰ ਗਾਂਹ ਪਿਛਾਂਹ ਹੋਰ ਕਰਕੇ ਕਰਾਂਗੇ ਤਾਂ ਲਮਕ ਬਣ ਗਿਆ, ਅਤੇ ਇਹ ਸ਼ਬਦ ਬਣ ਜਾਂਦੇ ਹਨ ਜੋ ਕਿ ਸਾਰਥਕ ਹਨ। ਅਤੇ ਨਹੀਂ, ਜੇਕਰ ਆਪਾਂ ਇਹਨਾਂ ਦੀ ਇਕੱਲੇ ਦੀ ਗੱਲ ਕਰੀਏ, ਜਿਵੇਂ ਕੱਕੇ ਨੂੰ ਇਕੱਲੇ ਕਰ ਦਈਏ ਤਾਂ ਕੋਈ ਵੀ ਮਹੱਤਵ ਨਹੀਂ ਹੈ, ਮੰਮਾ ਇਕੱਲਾ ਲੈ ਲਈਏ ਕੋਈ ਗੱਲ ਨਹੀਂ, ਲੱਲਾ ਇਕੱਲਾ ਲੈ ਲਈਏ ਤਾਂ ਇਹਦਾ ਕੋਈ ਇਕੱਲੇ ਦਾ ਅਰਥ ਨਹੀਂ ਨਿਕਲਦਾ। ਇਸ ਕਰਕੇ ਵੀ ਇਹ ਜਦੋਂ ਇਕੱਲੇ ਬੋਲੇ ਜਾਣ ਉਹਨਾਂ ਦਾ ਸਾਰਥਕ ਅਰਥ ਨਹੀਂ ਹੁੰਦਾ, ਪਰ ਜਦੋਂ ਇਹ ਜੁੜ ਤੋਂ ਜੇ ਵਿੱਚ ਆ ਜਾਂਦੇ ਹੈ ਤਾਂ ਉਹਨਾਂ ਦਾ ਸਾਰਥਕ ਅਰਥ ਬਣ ਜਾਂਦਾ ਅਤੇ ਉਸ ਨੂੰ ਹੀ ਸ਼ਬਦ ਕਹਿੰਦੇ ਹੈ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਵੀ ਸ਼ਬਦ ਭਾਸ਼ਾ ਦਾ ਭੰਡਾਰ ਹੁੰਦੇ ਹਨ। ਕੋਈ ਵੀ ਜਿਹੜੀ ਭਾਸ਼ਾ ਹੈ ਉਹਦੇ ਜਿੰਨੀ ਜ਼ਿਆਦਾ ਸ਼ਬਦਾਂ ਦਾ ਭੰਡਾਰ ਹੋਊਗਾ ਉਹ ਓਨੀ ਵਿਆਪਕ ਹੋਊਗੀ, ਹੈ ਨਾ। ਉਹਨਾਂ ਦਾ ਭੰਡਾਰ ਓਨਾ ਹੀ ਵਿਆਪਕ ਅਤੇ ਵਿਸ਼ਾਲ ਹੁੰਦਾ ਹੈ। ਉਹੀ ਭਾਸ਼ਾ ਉਤਨੀ ਹੀ ਅਮੀਰ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ, ਅਤੇ ਪੰਜਾਬੀ ਭਾਸ਼ਾ ਦਾ ਸ਼ਬਦ ਭੰਡਾਰ ਵਿਆਪਕ ਅਤੇ ਵਿਸ਼ਾਲ ਹੈ। ਆਪਣੀ ਜਿਹੜੀ ਪੰਜਾਬੀ ਭਾਸ਼ਾ ਉਹਦਾ ਸ਼ਬਦ ਭੰਡਾਰ ਵੀ ਵਿਆਪਕ ਅਤੇ ਵਿਸ਼ਾਲ ਹੈ, ਅਤੇ ਇਸ ਸਦਕਾ ਦੇ ਪੰਜਾਬੀ ਸੰਸਾਰ ਦਾ ਇੱਕ ਪ੍ਰਸਿੱਧ ਤੋਂ ਮਹੱਤਵਪੂਰਨ ਭਾਸ਼ਾ ਹੈ। ਦੇਖੋ, ਪੰਜਾਬੀ ਇਸ ਸੰਸਾਰ ਦੀ ਵੀ ਇੱਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਭਾਸ਼ਾ ਹੈਗੀ। ਹੁਣ ਆਪਾਂ ਗੱਲ ਕਰਾਂਗੇ ਵੀ ਸ਼ਬਦ ਦੀ ਵੰਡ ਦੇ ਆਧਾਰ 'ਤੇ ਆਪਾਂ ਕਰਾਂਗੇ ਵੀ ਇਹਦੀ ਵਰਤੋਂ ਕਿਸ ਦੇ ਆਧਾਰ 'ਤੇ ਕਿਵੇਂ ਹੁੰਦੀ ਹੈ। ਪਹਿਲਾਂ ਆਪਾਂ ਕਰਾਂਗੇ ਕੋਸ਼ਗਤ ਦੋਸਤੋ ਉਹ ਹੁੰਦੇ ਹਨ ਜਿਹੜੇ ਕਿ ਇੱਕ ਨਿਸ਼ਚਿਤ ਕੋਸ਼, ਯਾਨੀ ਜਿਹੜੇ ਹੁੰਦੇ ਨਾ ਡਿਕਸ਼ਨਰੀ ਜਿਹਨੂੰ ਬੋਲਦੇ ਆ, ਉਹਦੇ ਵਿੱਚ ਇੱਕ ਪਰਮਾਨੈਂਟ ਵਰਡ ਹੁੰਦਾ ਹੈਗਾ ਨਾ, ਸ਼ਬਦ ਹੁੰਦਾ ਹੈਗਾ। ਜਿਵੇਂ ਆਪਾਂ ਨੂੰ ਪਤਾ ਹੈ, ਜਿਵੇਂ ਉਦਾਹਰਨ ਲੈ ਲਿਆ ਕੁਰਸੀ ਆਉਂਦੇ ਸਾਰੀ ਆਪਣੇ ਦਿਮਾਗ ਦੇ ਵਿੱਚ ਇੱਕ ਇਮੇਜ ਬਣ ਗਈ, ਕੁਰਸੀ ਕੋਈ ਬੈਠਣ ਵਾਲੀ ਚੀਜ਼ ਹੁੰਦੀ ਹੈ, ਤਾਂ ਇਹ ਕੋਸ਼ਗਤ ਸ਼ਬਦ ਹੋ ਗਏ, ਹੈ ਨਾ। ਕੁਰਸੀ ਦਾ ਨਾਮ ਲੈਂਦੇ ਸਾਰੀ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਕੋਈ ਬੈਠਣ ਵਾਲੀ ਚੀਜ਼ ਹੈ, ਜਿਸ ਦਾ ਅਰਥ ਹੈ ਬੈਠਣ ਲਈ ਵਰਤੇ ਜਾਣ ਵਾਲਾ ਕੋਈ ਸਾਧਨ। ਅਤੇ ਜੇਕਰ ਆਪਾਂ ਗੱਲ ਕਰੀਏ ਵਿਆਕਰਨਿਕ ਸ਼ਬਦ ਦੇ ਵਿੱਚ, ਅਤੇ ਜੇ ਵਿਆਕਰਣ ਦੇ ਆਧਾਰ 'ਤੇ ਆਪਾਂ ਦੇਖੀਏ, ਆਪਾਂ ਗੱਲ ਕਰੀਏ ਵੀ ਕੁਰਸੀ, ਹੈ ਨਾ, ਅਤੇ ਉਹਨੂੰ ਵਿਆਕਰਣ ਦੇ ਆਧਾਰ 'ਤੇ ਦੇਖੀਏ ਤਾਂ ਕੁਰਸੀ ਇੱਕ ਨਾਮ ਹੈਗੀ, ਇਕੱਲੀ ਹੈ, ਇੱਕ ਵਚਨ ਹੈ ਅਤੇ ਇਸਤਰੀ ਲਿੰਗ ਹੈਗਾ। ਕਹਿਣ ਦਾ ਭਾਵ ਇਹ ਹੈਗਾ ਵੀ ਅਗਰ ਆਪਾਂ ਉਹਨੂੰ ਵਿਆਕਰਣ ਦੇ ਆਧਾਰ 'ਤੇ ਦੇਖੀਏ ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਉਹ ਇਕੱਲੀ ਹੈਗੀ, ਨਾਮ ਹੈ,
ਤੇ ਸਤਰੀ ਲਿੰਗ ਹੈ ਤੇ ਵੱਖ-ਵੱਖ ਰੂਪ ਆਪਣਾ ਵਿਆਕਰਨਿਕ ਦਰਜਾ ਰੱਖਦੇ। ਇਸੇ ਤਰ੍ਹਾਂ ਕੁਰਸੀ ਦੇ ਭਾਵ ਨਾਲ ਜਿਵੇਂ ਹੋਰ ਵੀ ਸ਼ਬਦ ਹੈ ਉਹ ਵਿਆਕਰਨਿਕ ਤੌਰ ਤੇ ਆਪਣਾ ਦਰਜਾ ਅੱਡੋ-ਅੱਡ ਰੱਖਦੇ ਹੈ। ਤਾਂ ਇਹ ਹੋ ਗਿਆ ਕੋਸ਼ਗਤ ਸ਼ਬਦ ਦੇ ਆਧਾਰ ਤੇ ਵਿਆਕਰਨਿਕ ਵੱਖ ਦੇ ਆਧਾਰ ਤੇ। ਹੁਣ ਅਰਥ ਦੇ ਆਧਾਰ ਤੇ ਆਪਾਂ ਗੱਲ ਕਰਾਂਗੇ ਵੀ ਅਰਥ ਦੇ ਆਧਾਰ ਤੇ ਕਿਸ ਤਰੀਕੇ ਨਾਲ ਆਪਾਂ ਇਹਨੂੰ ਸ਼ਬਦ ਨੂੰ ਵੰਡ ਸਕਦੇ ਹਾਂ। ਵੀ ਸਾਰਥਕ ਸ਼ਬਦ ਕਿਹੜੇ ਹੁੰਦੇ ਆ? ਸਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਨੇ ਆਪਣਾ ਕੋਈ ਨਿਸ਼ਚਿਤ ਭਾਵ ਜਾਂ ਅਰਥ ਹੁੰਦੇ ਹਨ, ਜਿਵੇਂ ਕਿ ਘਰ, ਕਬੂਤਰ, ਚਿੜੀ, ਪੁਸਤਕ, ਜਲੰਧਰ ਆਦਿ। ਵੀ ਇਹਨਾਂ ਦਾ ਪਤਾ ਹੈ, ਕਬੂਤਰ ਦਾ ਨਾਮ ਲੈਂਦੇ ਸਰੀ ਆਪਾਂ ਨੂੰ ਪਤਾ ਲੱਗ ਜੂ ਵੀ ਕਬੂਤਰ ਕੋਈ ਪੰਛੀ ਹੈਗਾ, ਠੀਕ ਹੈ ਜੀ। ਘਰ ਦਾ ਮਤਲਬ ਪਤਾ ਲੱਗਦੇ ਸਰੀ ਆਪਾਂ ਨੂੰ ਪਤਾ ਲੱਗ ਜੂਗਾ ਵੀ ਘਰ ਕੋਈ ਰਹਿਣ ਵਾਲਾ ਹੀ ਚੀਜ਼ ਹੈਗੀ, ਯਾਨੀ ਉਹਨਾਂ ਦਾ ਪਰਮਾਨੈਂਟ ਸਾਰਥਕ ਸ਼ਬਦ ਦਾ ਅਰਥ ਹੁੰਦਾ ਹੈਗਾ, ਠੀਕ ਹੈ ਜੀ। ਇੱਦਾਂ ਹੀ ਨਿਰਥਕ ਸ਼ਬਦ ਕਿਹੜੇ ਹੁੰਦੇ ਆ? ਨਿਰਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਸ਼ਬਦਾਂ ਦਾ ਕੋਈ ਵਿਸ਼ੇਸ਼ ਅਰਥ ਪ੍ਰਾਪਤ ਨਹੀਂ ਹੁੰਦਾ, ਉਹਨਾਂ ਨੂੰ ਨਿਰਾਰਥਕ ਸ਼ਬਦ ਕਹਿੰਦੇ ਆ। ਜਿਵੇਂ ਆਪਣੇ ਬੋਲਦੇ ਨੇ ਪੰਜਾਬੀ ਵਿੱਚ ਰੋਟੀ ਰਾਟੀ, ਪਾਣੀ ਧਾਣੀ। ਹੁਣ ਦੇਖੋ ਰੋਟੀ ਦਾ ਹੁੰਦੀ ਹੈਗੀ, ਰਾਟੀ ਕੀ ਹੁੰਦੀ ਹੈਗੀ ਨਾ, ਪਾਣੀ ਦਾ ਹੁੰਦਾ ਹੈ, ਧਾਣੀ ਕੀ ਹੁੰਦਾ? ਜਿਵੇਂ ਰਾਟੀ ਹੋ ਗਿਆ, ਧਾਣੀ ਹੋ ਗਿਆ, ਇਹ ਨਿਰਥਕ ਸ਼ਬਦ ਹੈਗੇ। ਇਸ ਤਰੀਕੇ ਨਾਲ ਇਹ ਨਿਰਥਕ ਸ਼ਬਦ ਹੈ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਗਾ। ਅੱਗੇ ਆਪਾਂ ਗੱਲ ਕਰਦੇ ਹਾਂ ਬਣਤਨ ਦੇ ਆਧਾਰ ਤੇ। ਵੀ ਬਣਤਨ ਦੇ ਆਧਾਰ ਤੇ ਸ਼ਬਦ ਕਿਸ ਤਰੀਕੇ ਦੇ ਹੋ ਸਕਦਾ? ਮੁੱਲ ਸ਼ਬਦ ਜਾਂ ਰੂੜ ਸ਼ਬਦ, ਉਹਨਾਂ ਦੇ ਆਧਾਰ ਤੇ ਦੇਖਦੇ ਹਾਂ ਵੀ ਮੁੱਲ ਸ਼ਬਦ ਜਾਂ ਰੂੜ ਸ਼ਬਦ ਉਹ ਸ਼ਬਦ ਜਿਨ੍ਹਾਂ ਦੇ ਅੱਗੇ ਹੋਰ ਹਿੱਸਾ ਹੈ ਨਾ, ਉਹ ਸ਼ਬਦ ਜਿਨ੍ਹਾਂ ਨੂੰ ਅੱਗੇ ਹੋਰ ਹਿੱਸਿਆਂ ਵਿੱਚ ਨਾ ਵੰਡਿਆ ਜਾ ਸਕੇ। ਅਜਿਹੇ ਸ਼ਬਦ ਪਰੰਪਰਾ ਨੂੰ ਹੀ ਕਿਸੇ ਹੋਰ ਵਿਸ਼ੇਸ਼ ਅਰਥਾਂ ਦੀ ਪ੍ਰਸਿੱਧੀ ਪ੍ਰਾਪਤ ਕਰ ਲੈਂਦੇ ਹਨ। ਇਹਨਾਂ ਨੂੰ ਮੁੱਲ ਸ਼ਬਦ ਜਾਂ ਰੂੜ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਅੰਗੂਰ, ਰੋਗ, ਦੁੱਖ, ਸੁੱਖ। ਦੇਖੋ ਮੁੱਲ ਸ਼ਬਦ ਜਾਂ ਰੂੜ ਸ਼ਬਦ ਉਹੀ ਹੁੰਦੇ ਆ ਵੀ ਜਿੰਨਾ ਮਰਜ਼ੀ ਗਾਂਹ ਵੱਧਦੇ ਜਾਈਏ, ਜਿੰਨਾ ਮਰਜ਼ੀ ਬਦਲਦੇ ਜਾਈਏ, ਉਹਨਾਂ ਦਾ ਅਰਥ ਉਹੀ ਰਹਿੰਦਾ ਹੈ ਅਤੇ ਉਹ ਬਦਲਦੇ ਨਹੀਂ ਹੈਗੇ। ਉਹਨਾਂ ਨੂੰ ਮੁੱਲ ਸ਼ਬਦ ਜਾਂ ਰੂੜ ਸ਼ਬਦ ਕਹਿੰਦੇ। ਜਿਵੇਂ ਅੰਗੂਰ, ਹੁਣ ਅੰਗੂਰ ਨੂੰ ਅੰਗੂਰ ਹੀ ਕਹਾਂਗੇ, ਐਂ ਤਾਂ ਨਹੀਂ ਹੈ ਵੀ ਆਪਾਂ ਅੰਗੂਰ ਨੂੰ ਗਾਂਹ ਜਾ ਕੇ ਸੇਬ ਕਹਿ ਦਾਂਗੇ, ਨਹੀਂ ਜੀ, ਅੰਗੂਰ ਨੂੰ ਅੰਗੂਰ ਹੀ ਕਹਾਂਗੇ ਜੀ। ਇਸ ਤਰੀਕੇ ਨਾਲ ਇਹ ਮੁੱਖ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਅਰਥ ਨਹੀਂ ਬਦਲਦਾ ਹੈਗਾ। ਅੱਗੇ ਆਉਣਗੇ ਜੀ ਰਚਿਤ ਸ਼ਬਦ। ਰਚਿਤ ਸ਼ਬਦ ਜਾਂ ਯੋਗਿਕ ਸ਼ਬਦ ਉਹ ਸ਼ਬਦ ਜਿਹੜੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੀ ਸਹਾਇਤਾ ਨਾਲ ਰਚੇ ਜਾਂਦੇ ਹੈ, ਜਾਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਹਿਸਾਬ ਨਾਲ ਰਚੇ ਜਾਣ, ਉਹਨਾਂ ਨੂੰ ਰਚਿਤ ਸ਼ਬਦ ਕਹਿੰਦੇ ਹਨ। ਮੂਲ ਸ਼ਬਦ ਰਚਿਤ ਸ਼ਬਦ ਬਣਾਉਂਦੇ ਹਨ ਅਤੇ ਸਮਰਥ ਹੁੰਦੇ ਹਨ, ਜਿਵੇਂ ਕਿ ਰੇਲ, ਗੱਡੀ, ਬੇਘਰ, ਕਬੂਤਰ ਆਦਿ। ਹੁਣ ਇਹ ਰਚਿਤ ਹੈਗੇ। ਰੇਲ ਤਾਂ ਠੀਕ ਹੈ, ਗੱਡੀ ਇਹਦੇ ਨਾਲ ਜੁੜ ਕੇ ਇਹ ਇੱਕ ਰਚਿਤ ਸ਼ਬਦ ਬਣ ਗਏ ਹੈਗੇ। ਰਚਿਤ ਸ਼ਬਦਾਂ ਦੇ ਜਿਵੇਂ ਸਮਾਸੀ ਸ਼ਬਦ ਹੁੰਦੇ ਹਨ। ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ। ਸਮਾਸੀ ਸ਼ਬਦ ਕਿਹੜੇ ਹੁੰਦੇ? ਚੰਗਾ, ਮਾੜਾ, ਘਰ ਬਾਰ, ਦਿਨ ਰਾਤ, ਇਹ ਸਮਾਸੀ ਸ਼ਬਦ ਹੈ। ਅਤੇ ਉਤਪੰਨ ਸ਼ਬਦ ਕਿਹੜੇ ਹੁੰਦੇ ਆ? ਸਪੁੱਤਰ, ਪਾਠਸ਼ਾਲਾ, ਸਿਰਜਣਹਾਰ, ਸ਼ਰਧਾਲੂ ਆਦਿ ਸ਼ਬਦ ਕਿਹੜੇ ਆ? ਉਤਪੰਨ। ਇਹ ਆਪਾਂ ਉਤਪੰਨ ਕੀਤੇ ਆ। ਜਦ ਕਿ ਸਮਾਸੀ ਯਾਨੀ ਸਮਾਸੀ ਤੌਰ 'ਤੇ ਦੇਖੀਏ ਤਾਂ ਚੰਗਾ ਮਾੜਾ ਹੋ ਗਿਆ, ਘਰ ਬਾਰ ਹੋ ਗਿਆ, ਦਿਨ ਰਾਤ ਹੋ ਗਿਆ। ਇਹ ਸ਼ਬਦ ਹੈਗੇ ਰਚਨਾ ਦੇ ਆਧਾਰ 'ਤੇ, ਹੈ ਨਾ, ਰਚਿਤ ਦੇ ਆਧਾਰ 'ਤੇ ਇਹ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਹੁਣ ਇਹਦੀ ਉਤਪੱਤੀ ਦੇ ਆਧਾਰ 'ਤੇ ਇਹਨਾਂ ਦੀ ਗੱਲ ਕਰਦੇ ਹਾਂ। ਉਤਪੱਤੀ ਦੇ ਆਧਾਰ 'ਤੇ ਕਿਸ ਤਰੀਕੇ ਨਾਲ ਹੋ ਸਕਦੇ? ਤਾਂ ਉਤਪੱਤੀ ਦੇ ਆਧਾਰ 'ਤੇ ਆਪਾਂ ਦੇਖਾਂਗੇ ਤਤਸਮ ਸ਼ਬਦ। ਦੇਖੋ ਜੀ, ਆਪਾਂ ਹਿੰਦੀ ਵਿੱਚ ਵੀ ਪੜ੍ਹਦੇ ਹਾਂ, ਪੰਜਾਬੀ ਵਿੱਚ ਵੀ ਪੜ੍ਹਦੇ ਹਾਂ, ਸੰਸਕ੍ਰਿਤ ਵਿੱਚ ਵੀ ਪੜ੍ਹਦੇ ਹਾਂ ਵੀ ਤਤਸਮ ਸ਼ਬਦ ਹੁੰਦੇ ਕਿਹੜੇ ਹੈ? ਉਹ ਸ਼ਬਦ ਜੋ ਦੂਜੀਆਂ ਭਾਸ਼ਾਵਾਂ ਵਿੱਚ ਜਿਉਂ ਅਤੇ ਤਿਉਂ ਪੰਜਾਬੀ ਵਿੱਚ ਸ਼ਾਮਿਲ ਕਰ ਲਏ ਜਾਣ। ਜਿਵੇਂ ਗਿਆਨ ਸ਼ਕਤੀ, ਠੀਕ ਹੈ ਜੀ, ਜਿਵੇਂ ਆ ਗਈ ਗਿਆਨ ਸ਼ਕਤੀ, ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਸਕੂਲ, ਸਾਈਕਲ ਅਤੇ ਗਲਾਸ ਅੰਗਰੇਜ਼ੀ ਦੇ ਸ਼ਬਦ ਹੈ। ਪਤੀ ਅਤੇ ਕਵੀ ਹਿੰਦੀ ਦੇ ਸ਼ਬਦ ਹੈ। ਬਾਦਸ਼ਾਹ, ਚਸ਼ਮਾ, ਕਮਾਨ ਅਤੇ ਵਕੀਲ ਅਰਬੀ ਫਾਰਸੀ ਦੇ ਸ਼ਬਦ ਹੈ। ਇਹ ਜਿਵੇਂ ਸੀਗੇ ਉਸ ਭਾਸ਼ਾ ਤੋਂ ਉਵੇਂ ਰੱਖ ਲਿਆ, ਇਹ ਹੋ ਗਏ ਤਤਸਮ ਸ਼ਬਦ, ਠੀਕ ਹੈ ਜੀ। ਜਿਵੇਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਜਿਉਂ ਤੋਂ ਤਿਉਂ ਹੀ ਰੱਖ ਲੈਣਾ, ਤਤਸਮ ਸ਼ਬਦ ਹੁੰਦੇ ਹਨ। ਹੁਣ ਹੋ ਗਿਆ ਤਦਭਵ ਸ਼ਬਦ ਦੇ ਵਿੱਚ ਅਤੇ ਤਤਸਮ ਸ਼ਬਦਾਂ ਦੇ ਵਿੱਚ ਅਕਸਰ ਸਟੂਡੈਂਟ ਕਨਫਿਊਜ਼ ਹੋ ਜਾਂਦੇ ਆ ਵੀ ਤਤਸਮ ਕਿਹੜੇ ਹੁੰਦੇ ਆ ਅਤੇ ਤਦਭਵ ਕਿਹੜੇ ਹੁੰਦੇ ਆ। ਵੀ ਤਤਸਮ ਤਾਂ ਉਹ ਹੋ ਗਏ ਵੀ ਜਿਹੜੇ ਭਾਸ਼ਾ 'ਚ ਸੀਗੇ ਉਹਨੂੰ ਉਵੇਂ ਦਾ ਉਵੇਂ ਰੱਖ ਲਿਆ, ਅਤੇ ਤਦਭਵ ਕਿਹੜੇ ਹੋਣਗੇ? ਉਹ ਸ਼ਬਦ ਜਿਹੜੇ ਦੂਜੀਆਂ ਭਾਸ਼ਾਵਾਂ ਵਿੱਚੋਂ ਲਏ ਤਾਂ ਗਏ ਹੁਣ, ਪਰ ਪੰਜਾਬੀ ਵਿੱਚ ਆ ਕੇ ਉਹਨਾਂ ਦਾ ਨਵਾਂ ਰੂਪ ਬਣ ਗਿਆ ਹੋਏ। ਜਿਵੇਂ ਸੰਸਕ੍ਰਿਤ ਦੇ ਵਿੱਚ ਦੀਪ ਬੋਲਦੇ ਆ, ਪੰਜਾਬੀ 'ਚ ਦੀਵਾ ਬੋਲਦੇ ਹੈਗੇ। ਸੰਸਕ੍ਰਿਤ ਵਿੱਚ ਸ਼ੋਕ ਬੋਲਦੇ ਹੈਗੇ, ਪੰਜਾਬੀ 'ਚ ਸੋਗ ਬੋਲਦੇ ਹੈਗੇ। ਅੰਗਰੇਜ਼ੀ ਵਿੱਚ ਜਿਵੇਂ ਆਪਣੇ ਹੋ ਗਿਆ ਸੈਲਡ ਬੋਲਦੇ ਹੈਗੇ, ਪੰਜਾਬੀ ਵਿੱਚ ਸਲਾਦ ਬੋਲਦੇ ਹੈਗੇ। ਅੰਗਰੇਜ਼ੀ ਵਿੱਚ ਲਾਰਡ ਬੋਲਦੇ ਹੈਗੇ ਅਤੇ ਪੰਜਾਬੀ ਵਿੱਚ ਲਾਰਟ ਬੋਲਦੇ ਹੈਗੇ, ਠੀਕ ਹੈ ਜੀ।
ਤਾਂ ਇਹ ਸ਼ਬਦ ਹੁੰਦੇ ਆ ਜਿਹੜੇ ਤਦਭਵ ਹੁੰਦੇ, ਯਾਨੀ ਦੂਜੀਆਂ ਭਾਸ਼ਾਵਾਂ ਦੇ ਵਿੱਚ ਤਾਂ ਉਹਨਾਂ ਦਾ ਅਰਥ ਨਾਮ ਹੋਰ ਸੀ, ਪਰ ਇੱਧਰ ਪੰਜਾਬੀ ਵਿੱਚ ਆ ਕੇ ਉਹਨਾਂ ਦਾ ਰੂਪ ਬਦਲ ਜਾਂਦਾ, ਉਹ ਹੁੰਦੇ ਆ ਤਦਭਵ ਸ਼ਬਦ। ਹੁਣ ਹੈ ਦੇਸੀ ਸ਼ਬਦ, ਵੀ ਦੇਸੀ ਸ਼ਬਦ ਕਿਹੜੇ ਹੁੰਦੇ ਆ ਨਾ, ਦੇਸੀ ਸ਼ਬਦ ਆਪਣੇ ਦੇਸ਼ ਲੋਕ ਦੇ ਜੀਵਨ ਦੇ ਵਿੱਚ ਬੋਲਚਾਲ ਦੀ ਸ਼ਬਦ ਅਤੇ ਜੋ ਮੁੱਲ ਆਪਣੀ ਸੰਸਕ੍ਰਿਤੀ ਦੇ ਹੋਣ, ਜਿਵੇਂ ਇੱਟ, ਕੱਦੂ, ਮੰਜੀ, ਛਾਤੀ ਆਦਿ ਸ਼ਬਦ। ਅਜਿਹੇ ਜ਼ਿਆਦਾਤਰ ਸ਼ਬਦ ਹੋ ਗਏ ਸੰਦ, ਖਾਣ ਪੀਣ ਆਦਿ ਨਾਲ ਜੁੜੇ ਹੁੰਦੇ ਆ ਨਾ, ਜਿਹੜੀਆਂ ਕੱਤੀਆਂ ਕੰਮ ਕੁੰਮ ਕਰਨ ਵਾਲੇ ਉਹਨਾਂ ਨਾਲ ਜੁੜੇ ਹੁੰਦੇ, ਉਹਨਾਂ ਨੂੰ ਬੋਲਦੇ ਆ ਦੇਸੀ ਸ਼ਬਦ। ਇਹ ਆਪਣੀ ਸੰਸਕ੍ਰਿਤੀ ਦੇ ਵਿੱਚੋਂ ਹੀ ਲਏ ਜਾਂਦੇ ਆ। ਹੁਣ ਆਊਗਾ ਰੂਪ ਦੇ ਆਧਾਰ 'ਤੇ ਸ਼ਬਦ ਦੀ ਵੰਡ ਕਿਸ ਤਰੀਕੇ ਨਾਲ ਹੋਊਗੀ। ਰੂਪ ਦੇ ਆਧਾਰ 'ਤੇ ਸ਼ਬਦਾਂ ਦੀ ਵੰਡ। ਵਿਕਾਰੀ ਸ਼ਬਦ। ਹੁਣ ਦੇਖੋ ਵਿਕਾਰੀ ਸ਼ਬਦ ਅਤੇ ਅਵਿਕਾਰੀ ਸ਼ਬਦ ਦੋ ਤਰੀਕੇ ਨਾਲ ਆਉਣਗੇ। ਸਟੂਡੈਂਟ ਇੱਥੇ ਵੀ ਕਨਫਿਊਜ਼ ਹੋ ਜਾਂਦੇ ਵੀ ਵਿਕਾਰੀ ਕਿਹੜੇ ਹੁੰਦੇ ਆ ਅਤੇ ਅਵਿਕਾਰੀ ਕਿਹੜੇ ਹੁੰਦੇ ਆ। ਵਿਕਾਰੀ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਨ੍ਹਾਂ ਨੂੰ ਭਾਸ਼ਾ ਦੀ ਵਰਤੋਂ ਦੌਰਾਨ ਤਬਦੀਲੀਆਂ ਆਵੇ, ਜਿਵੇਂ ਕਿ ਘਰ ਸ਼ਬਦ ਨੂੰ ਘਰਾਂ, ਘਰੀ, ਘਰੋਂ, ਜਾਂ ਮੁੰਡਾ, ਮੁੰਡੇ, ਮੁੰਡਿਆਂ, ਮੁੰਡਿਓ ਆਦਿ ਸ਼ਬਦ ਜੋੜੇ ਜਾਂਦੇ ਹਨ ਵਿਕਾਰੀ। ਜਿਵੇਂ ਸੀਗਾ ਤਾਂ ਉਹ ਘਰ, ਪਰ ਉਹਦਾ ਸ਼ਬਦ ਦੇ ਵਿੱਚ ਤਬਦੀਲੀਆਂ ਆ ਗਈ, ਘਰੀ ਹੋ ਗਿਆ, ਘਰੋਂ ਹੋ ਗਿਆ, ਹੈ ਨਾ। ਮੁੰਡਾ ਸੀਗਾ, ਮੁੰਡੇ ਹੋ ਗਏ, ਮੁੰਡਿਆ, ਮੁੰਡਿਓ, ਹੈ ਨਾ, ਐਵੇਂ ਵਿਕਾਰ ਹੋ ਗਿਆ। ਜੇ ਅਵਿਕਾਰੀ ਉਹ ਸ਼ਬਦ ਹੁੰਦੇ ਹਨ, ਅਵਿਕਾਰੀ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਰੂਪ ਭਾਸ਼ਾਈ ਦੀ ਵਰਤੋਂ ਦੇ ਸਮੇਂ ਨਹੀਂ ਬਦਲਦੇ ਹਨ, ਜਿਵੇਂ ਕਿ ਨੇ, ਨੂੰ, ਨੀ, ਕੀ, ਤੋ, ਤਾ, ਦੇ, ਦੀ ਆਦਿ। ਇਹ ਐਵੇਂ ਹੀ ਰਹਿਣਗੇ। ਇਹ ਅਵਿਕਾਰੀ ਹੈ ਨਾ, ਇਹਨਾਂ ਦਾ ਬਦਲਦੇ ਨਹੀਂ ਹੈਗੇ, ਜਦ ਕਿ ਵਿਕਾਰੀ ਹੈ ਉਹ ਬਦਲ ਜਾਂਦੇ ਆ। ਅੱਗੇ ਆਪਾਂ ਗੱਲ ਕਰਾਂਗੇ ਵੀ ਇਹਨਾਂ ਵਿਆਕਰਨਿਕ ਸ਼ਬਦ ਵਰਗ ਵੰਡਾਂ ਦੇ ਆਧਾਰ 'ਤੇ। ਉਹ ਸ਼ਬਦ ਕਿਸੇ ਨਾ ਕਿਸੇ ਵਿਆਕਰਨਿਕ ਵਰਗ ਨਾਲ ਜੁੜਿਆ ਹੁੰਦਾ ਹੈ, ਜਿਸ ਦੇ ਆਧਾਰ 'ਤੇ ਸ਼ਬਦ 8 ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸ਼ਮਿਕ। ਇਹ ਹੈਗੇ ਵਿਆਕਰਨਿਕ ਵਰਗ ਦੇ ਆਧਾਰ 'ਤੇ। ਤਾਂ ਇਹ ਸੀ ਸ਼ਬਦ। ਦੋਸਤੋ ਆਪਾਂ ਗੱਲ ਕਰ ਰਹੇ ਸੀ ਸ਼ਬਦ ਦੇ ਬਾਰੇ, ਵੀ ਸ਼ਬਦ ਦੀ ਵੰਡ ਕਿਸ ਤਰੀਕੇ ਨਾਲ ਹੁੰਦੀ ਹੈ, ਸ਼ਬਦ ਚੀਜ਼ ਕੀ ਹੁੰਦਾ ਹੈ, ਅਤੇ ਅੱਗੇ ਵੀ ਸ਼ਬਦ ਨੂੰ ਆਪਾਂ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਅਤੇ ਸ਼ਬਦ ਦਾ ਪ੍ਰਯੋਗ ਕਿੱਥੇ ਕਿੱਥੇ ਹੁੰਦਾ। ਹੁਣ ਆਪਾਂ ਗੱਲ ਕਰਾਂਗੇ ਜਿਹੜਾ ਆਪਣਾ ਨੈਕਸਟ ਪੁਆਇੰਟ ਆਉਂਦਾ ਹੈ, ਵਾਕ ਦੇ ਬਾਰੇ ਗੱਲ ਕਰਾਂਗੇ ਵੀ ਵਾਕ ਕਿਹਨੂੰ ਕਹਿੰਦੇ ਹੈਗੇ। ਤਾਂ ਦੋਸਤੋ ਇਹ ਜਿਹੜੀਆਂ ਤੁਹਾਨੂੰ ਜਿਹੜਾ ਆਪਾਂ ਸ਼ਬਦ ਬਾਰੇ ਗੱਲ ਕੀਤੀ ਹੈ ਜ਼ਰੂਰ ਸਮਝ ਆਇਆ ਹੋਊਗਾ। ਤੁਸੀਂ ਇਹਨੂੰ ਸ਼ਾਰਟ ਰੂਪ ਨਾਲ ਆਪਣੇ ਨੋਟਸ ਵੀ ਬਣਾ ਸਕਦੇ ਹੋ, ਤਾਂ ਕਿ ਤੁਹਾਨੂੰ ਪ੍ਰੀਖਿਆ ਦੇ ਟਾਈਮ ਦੇ ਵਿੱਚ ਕੰਮ ਆ ਸਕੇ। ਕਈ ਸਟੂਡੈਂਟ ਬੋਲ ਰਹੇ ਸੀ ਵੀ ਨੋਟਸ ਸਾਨੂੰ ਤੁਸੀਂ ਦੇ ਦਿਓ, ਤਾਂ ਦੋਸਤੋ ਨੋਟਸ ਤੁਹਾਨੂੰ ਟੈਲੀਗ੍ਰਾਮ ਚੈਨਲ ਤੋਂ ਮਿਲ ਜਾਣਗੇ। ਆਪਣਾ ਟੈਲੀਗ੍ਰਾਮ ਦਾ ਲਿੰਕ ਮੈਂ ਇਹਦੇ ਬਾਕਸ ਆਪਣੇ ਨਾਲ ਜੋੜ ਦਿੰਦਾ ਹੈਗਾ, ਅਤੇ ਤੁਸੀਂ ਉੱਦਾਂ ਉੱਥੋਂ ਟੈਲੀਗ੍ਰਾਮ ਤੋਂ ਲੈ ਲਿਓ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵਾਕ, ਵੀ ਵਾਕ ਕਿਹਨੂੰ ਕਹਿੰਦੇ ਆ। ਆਪਾਂ ਵਾਕ ਦੇ ਬਾਰੇ ਗੱਲ ਕਰ ਰਹੇ ਹਾਂ। ਵਾਕ ਭਾਸ਼ਾ ਦਾ ਮਹੱਤਵਪੂਰਨ ਇਕਾਈ ਹੈ। ਕਿਸੇ ਭਾਸ਼ਾ ਦਾ ਲਿਖਤ ਦੀ ਹੋਂਦ ਦੇ ਵਾਕਾਂ ਦੁਆਰਾ ਹੀ ਬਣਦੀ ਹਨ। ਕੋਈ ਵੀ ਜਿਹੜੀ ਭਾਸ਼ਾ ਹੈ ਉਹਨੂੰ ਲਿਖਤੀ ਰੂਪ ਦੇ ਵਿੱਚ ਜਿਹੜੀ ਹੋਂਦ ਪੂਰਨ ਰੂਪ ਨਾਲ ਆਉਂਦੀ ਹੈ, ਉਹ ਵਾਕਾਂ ਦੇ ਕਾਰਨ ਆਉਂਦੀ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਇਹ ਵਾਕ ਵੀ ਆਧਾਰ ਹੈ, ਜਿਵੇਂ ਕਿ ਉਸ ਦੀ ਭਾਸ਼ਾ ਉਸਾਰੀ ਹੁੰਦੀ ਹਨ। ਜਿਵੇਂ ਜਿਹਦੀ ਭਾਸ਼ਾ ਹੋਊਗਾ ਉਹਦਾ ਵਾਕ ਉਸੇ ਤਰੀਕੇ ਦਾ ਹੀ ਹੁੰਦਾ ਹੈਗਾ। ਆਪਾਂ ਹੁਣ ਇੱਥੇ ਐਵੇਂ ਕਹਿ ਸਕਦੇ, ਅਸੀਂ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨਦੇ ਹਨ, ਹੈ ਨਾ। ਅੰਕਿਤ ਕਰਨ ਵਾਲੇ ਜਿਹਨਾਂ ਨੂੰ ਆਪਾਂ ਵਰਨ ਕਹਿੰਦੇ ਆ, ਵੀ ਆਪਾਂ ਕਹਿੰਦੇ ਹਾਂ ਵੀ ਧੁਨੀ ਨੂੰ ਭਾਸ਼ਾ ਦੀ ਸਭ ਤੋਂ ਨਿੱਕੀ ਇਕਾਈ ਮੰਨਦੇ ਹਾਂ, ਅਤੇ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹ ਨੂੰ ਆਪਾਂ ਵਰਨ ਕਹਿੰਦੇ ਹਾਂ। ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਇੱਕ ਜਾਂ ਇੱਕ ਤੋਂ ਵਧੇਰੇ ਵਰਨ ਮਿਲ ਕੇ ਸ਼ਬਦ ਬਣਾਉਂਦੇ ਹੈ, ਅਤੇ ਸ਼ਬਦਾਂ ਦਾ ਸਮੂਹ ਜੋ ਹੁੰਦਾ ਹੈਗਾ ਵਾਕ ਬਣਾਉਂਦੇ। ਅਤੇ ਵਿਆਕਰਣ ਦੇ ਵਿੱਚ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ। ਜੇਕਰ ਆਪਣੀ ਗੱਲ ਕੀਤੀ ਜਾਵੇ ਭਾਸ਼ਾ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਉਹ ਧੁਨੀ ਹੈ, ਅਤੇ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ, ਉਹ ਵਾਕ ਹੈਗੀ, ਉਹ ਵਾਕ ਹੋਊਗੀ ਜੀ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਸਧਾਰਨ ਸ਼ਬਦਾਂ ਦੇ ਵਿੱਚ ਕਿਸੇ ਪੂਰੇ ਭਾਵ ਨੂੰ ਵਿਅਕਤ ਕਰਨ ਲਈ ਭਾਸ਼ਾ ਦੀ ਇਕਾਈ ਨੂੰ ਵਾਕ ਕਿਹਾ ਜਾਂਦਾ ਹੈ। ਸਧਾਰਨ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਪੂਰੇ ਵਾਕ ਵਿਅਕਤ ਕਰਨ ਲਈ ਭਾਸ਼ਾਈ ਇਕਾਈ ਨੂੰ ਵਾਕ ਕਿਹਾ ਜਾਂਦਾ ਹੈ। ਵਾਕ ਕੀ ਹੈ, ਆਪਾਂ ਉਹਨਾਂ ਬਾਰੇ ਪੜ੍ਹਦੇ ਹਾਂ। ਇਸ ਨੂੰ ਸਮਝਣ ਲਈ ਸਾਨੂੰ ਵਾਕ ਦੇ ਕੁਝ ਲੱਛਣਾਂ ਬਾਰੇ ਵੀ ਵਾਕਿਫ ਹੋਣਾ ਚਾਹੀਦਾ ਹੈ, ਮਤਲਬ ਆਪਾਂ ਨੂੰ ਮਾਲੂਮ ਹੋਣਾ ਚਾਹੀਦਾ ਵੀ ਕੀ ਚੀਜ਼ ਹੁੰਦੀ ਹੈ। ਤਾਂ ਪਹਿਲਾਂ ਆਪਾਂ ਪੜ੍ਹਦੇ ਹਾਂ ਵੀ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਹੈ, ਇਹ ਸਭ ਤੋਂ ਵੱਡੀ ਇਕਾਈ ਹੈ ਹੀ ਹੈ। ਦੂਜੀ ਆਪਾਂ ਗੱਲ ਪੜ੍ਹਦੇ ਹਾਂ ਵੀ ਵਾਕ ਬੋਲਣ ਵਿੱਚ ਪੂਰਨ ਠਹਿਰਾਵਾਂ ਦੇ ਵਿਚਾਰ ਲਿਆਉਂਦੇ ਹਨ, ਅਤੇ ਲਿਖਤੀ ਰੂਪ ਦੇ ਵਿੱਚ ਪੂਰਨ ਵਿਸ਼ਰਾਮਾਂ ਜਾਂ ਡੰਡੀਆਂ ਦੇ ਵਿਚਾਲੇ ਹੁੰਦੇ ਹਨ, ਹੈ ਨਾ। ਪੂਰਾ ਰੁਕ ਕੇ ਕਿਤੇ ਵਿਸ਼ਰਾਮ ਚਿੰਨ੍ਹ ਦੇਣਾ, ਕਿਤੇ ਡੰਡੀ ਲਾਣੀ ਹੈ, ਉਹਨਾਂ ਦੇ ਆਧਾਰ 'ਤੇ ਆਉਂਦਾ ਹੈਗਾ। ਅਗਲਾ ਆਪਾਂ ਇਹਦੇ ਵਿੱਚ ਪੜ੍ਹਦੇ ਹਾਂ ਜੀ ਵਾਕ ਵਿੱਚ ਬੋਲਣ ਵਾਲਾ ਉਸ ਸਮੇਂ ਦੀ ਸਥਿਤੀ ਅਨੁਸਾਰ ਆਪਣਾ ਪੂਰਾ ਭਾਵ ਵਿਅਕਤ ਕਰ ਦਿੰਦਾ ਹੈ।
ਵੀ ਜਿਹੜਾ ਬੰਦਾ ਬੋਲ ਰਿਹਾ ਹੈਗਾ ਉਹ ਉੱਥੋਂ ਦੀ ਸਥਿਤੀ ਦੇ ਅਨੁਸਾਰ ਆਪਣਾ ਭਾਵ ਵਿਅਕਤ ਕਰ ਦਿੰਦਾ ਹੈ। ਅਤੇ ਅਗਲੀ ਜਿਹੜੀ ਨੈਕਸਟ ਗੱਲ ਹੈ, ਵਾਕ ਸ਼ਬਦਾਂ ਦੇ ਸਮੂਹ ਨਾਲ ਬਣਦਾ ਹੈ ਨਾ। ਵਾਕ ਜਿਹੜੇ ਆ ਸ਼ਬਦਾਂ ਦਾ ਸਮੂਹ ਹੋਊਗਾ, ਜਿੰਨੇ ਜ਼ਿਆਦਾ ਸ਼ਬਦ ਹੋਣਗੇ ਉਹਨਾਂ ਦਾ ਸਾਰਿਆਂ ਦਾ ਸਮੂਹ ਮਿਲ ਕੇ ਕੀ ਬਣੂਗਾ, ਵਾਕ ਬਣੂਗਾ। ਦੋਸਤੋ ਅੱਗੇ ਆਪਾਂ ਪੜ੍ਹਦੇ ਹਾਂ, ਇਸ ਤਰੀਕੇ ਵਾਕ ਵਿੱਚ ਖਾਸ ਤਰਕੀਬ ਵਿੱਚ ਰੱਖੇ ਸ਼ਬਦਾਂ ਦਾ ਉਹ ਸਮੂਹ ਹੈ ਜੋ ਬੋਲਣ ਵਾਲੇ ਸ਼ਬਦਾਂ ਦਾ ਇੱਕ ਭਾਵ ਪ੍ਰਗਟਾਉਂਦਾ ਹੈ। ਇਸ ਕਰਕੇ ਇਸ ਨੂੰ ਭਾਵ ਦੀ ਸਭ ਤੋਂ ਵੱਡੀ ਇਕਾਈ ਕਿਹਾ ਜਾਂਦਾ ਹੈ। ਦੇਖੋ ਜਿਹੜੇ ਸਾਰੇ ਭਾਵਾਂ ਨੂੰ ਇਕੱਠਾ ਕਰਕੇ ਇਕੱਠ ਹੋ ਕੇ ਉਹਨੂੰ ਬੋਲਿਆ ਜਾਂਦਾ ਹੈ, ਇਸ ਨੂੰ ਭਾਵ ਦੀ ਸਭ ਤੋਂ ਵੱਡੀ ਇਕਾਈ ਕਿਹਾ ਜਾਂਦਾ ਹੈਗਾ, ਵੱਡੀ ਇਕਾਈ ਕਿਹਾ ਜਾਂਦਾ ਹੈ। ਹੁਣ ਉਦੇਸ਼ ਅਤੇ ਵਿਧੇਯ ਦੇ ਦਾ ਆਪਾਂ ਹੁਣ ਇਹਦੇ ਬਾਰੇ ਪੜ੍ਹਾਂਗੇ। ਉਦੇਸ਼ ਕੀ ਹੁੰਦਾ ਹੈ, ਵਿਧੇਯ ਕੀ ਹੁੰਦਾ ਹੈ, ਇਸ ਦੇ ਬਾਰੇ ਪੜ੍ਹਾਂਗੇ ਆਪਾਂ। ਵੀ ਵਾਕ ਦੇ ਵਿੱਚ ਦੋ ਮੁੱਖ ਹਿੱਸੇ ਹੁੰਦੇ ਹਨ, ਇੱਕ ਉਹ ਹਿੱਸਾ ਜਿਸ ਦੇ ਬਾਰੇ ਕੁਝ ਕਿਹਾ ਜਾਵੇ ਅਤੇ ਦੂਜਾ ਹਿੱਸਾ ਉਹ ਜੋ ਕੁਝ ਕਿਹਾ ਜਾਵੇ, ਹੈ ਨਾ। ਇਸ ਨੂੰ ਐਵੇਂ ਲੈਂਦੇ ਆ ਵੀ ਇੱਕ ਹਿੱਸਾ ਤਾਂ ਹੋ ਗਿਆ ਵੀ ਆਪਾਂ ਕਿਸੇ ਦੇ ਬਾਰੇ ਕਹਿ ਰਹੇ ਹੈਗੇ, ਦੂਜਾ ਹਿੱਸਾ ਜਿਸ ਨੂੰ ਕਿਹਾ ਗਿਆ ਹੈਗਾ ਉਹ ਹੋ ਗਿਆ ਉਦੇਸ਼ ਅਤੇ ਵਿਧੇਯ ਹੋ ਗਿਆ। ਅੱਗੇ ਸਮਝਦੇ ਇਹਨੂੰ ਉਦਾਹਰਨ ਰਾਹੀਂ ਸਮਝ ਲੈਂਦੇ ਹਾਂ, ਚੰਗੀ ਤਰ੍ਹਾਂ ਸਮਝ ਆ ਜੂਗਾ। ਜਿਵੇਂ ਕਿ ਆਪਾਂ ਦੇਖਦੇ ਹਾਂ, ਉਦਾਹਰਨ ਦੇਖਦੇ ਹੈਗੇ ਵੀ ਕਿਸਾਨ ਖੇਸਾਂ ਦੀਆਂ ਬੁੱਕਲਾਂ ਮਾਰ ਕੇ ਖੇਤਾਂ ਨੂੰ ਨਿਕਲ ਗਿਆ। ਠੀਕ ਹੈ ਜੀ, ਮੀਂਹ ਹਟ ਗਿਆ। ਆਪਾਂ ਦੇਖਦੇ ਹਾਂ ਕਿਸਾਨ ਜਿਹੜਾ ਹੈਗਾ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਇਹ ਉਦੇਸ਼ ਹੋ ਗਿਆ। ਅਤੇ ਵਿਧੇਯ ਕਿਹੜਾ ਹੋ ਗਿਆ, ਖੇਸਾਂ ਦੀਆਂ ਬੁੱਕਲਾਂ ਮਾਰ ਕੇ ਖੇਤਾਂ ਨੂੰ ਨਿਕਲ ਗਿਆ, ਇਹ ਵਿਧੇਯ ਹੋ ਗਿਆ। ਸਮਝ ਗਏ ਤੁਸੀਂ ਵੀ ਇੱਕ ਤਾਂ ਜਿਹਦੇ ਬਾਰੇ ਗੱਲ ਕਰ ਰਹੇ ਹਾਂ, ਇੱਕ ਜਿਹਨੂੰ ਗੱਲ ਕੀਤੀ ਗਈ ਹੈਗੀ ਉਹਦੇ ਬਾਰੇ ਹੋ ਗਿਆ, ਉਦੇਸ਼ ਅਤੇ ਵਿਧੇਯ ਹੋ ਗਿਆ। ਮੀਂਹ ਹਟ ਗਿਆ ਯਾਨੀ ਇੱਕ ਮੀਂਹ ਦੇ ਬਾਰੇ ਗੱਲ ਰਹੇ, ਹਟ ਗਿਆ ਯਾਨੀ ਮੀਂਹ ਪੈ ਰਿਹਾ ਸੀ, ਹਟ ਗਿਆ ਹੈਗਾ, ਇਹ ਉਦੇਸ਼ ਅਤੇ ਵਿਧੇਯ ਹੈਗੇ। ਹੁਣ ਆਪਾਂ ਗੱਲ ਕਰਾਂਗੇ ਵੀ ਪਹਿਲੇ ਹਿੱਸੇ ਵਿੱਚ ਨੂੰ ਉਦੇਸ਼ ਕਿਹਾ ਜਾਂਦਾ, ਜਿਹੜਾ ਪਹਿਲੇ ਹਿੱਸੇ ਵਿੱਚ ਆਉਂਦਾ ਉਹਨੂੰ ਉਦੇਸ਼ ਕਿਹਾ ਜਾਂਦਾ ਹੈ, ਅਤੇ ਬਾਅਦ ਵਿੱਚ ਆਉਣ ਵਾਲੇ ਨੂੰ ਵਿਧੇਯ ਕਿਹਾ ਜਾਂਦਾ ਹੈ। ਹੁਣ ਆਪਾਂ ਕਰਾਂਗੇ ਵਾਕ ਵਿਉਂਤ ਕਰਾਂਗੇ ਵੀ ਵਾਕ ਵਿਉਂਤ ਕਿਸ ਨੂੰ ਕਹਿੰਦੇ ਆ। ਦੋਸਤੋ ਇੱਥੇ ਤੁਹਾਨੂੰ ਜ਼ਰੂਰ ਸਮਝ ਆ ਗਿਆ ਹੋਊਗਾ ਕਿਹਨੂੰ ਉਦੇਸ਼ ਅਤੇ ਵਿਧੇਯ ਕਿਹਾ ਜਾਂਦਾ ਹੈਗਾ। ਜੇਕਰ ਤੁਹਾਨੂੰ ਥੋੜ੍ਹਾ ਬਹੁਤ ਕੋਈ ਡਾਊਟ ਹੋਏ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਤੁਸੀਂ ਵੀਡੀਓ ਪੌਜ਼ ਕਰਕੇ ਦੁਬਾਰਾ ਆਰਾਮ ਨਾਲ ਸਮਝ ਸਕਦੇ ਹੋ, ਕਿਉਂਕਿ ਹੁੰਦਾ ਹੈ ਵੀ ਬਹੁਤ ਟਾਈਮ ਤੱਕ ਆਪਾਂ ਨਾ ਚੀਜ਼ ਪੜ੍ਹੀ ਹੋਈ ਉਹ ਥੋੜ੍ਹੀ ਪੜ੍ਹਨ ਦੇ ਵਿੱਚ ਮੁਸ਼ਕਿਲ ਹੁੰਦੀ ਹੈ। ਤਾਂ ਦੋਸਤੋ ਅੱਗੇ ਆਪਾਂ ਕਰਦੇ ਹਾਂ ਵਾਕ ਵਿਉਂਤ। ਵਾਕ ਵਿਉਂਤ ਕਿਹੜੀ ਹੁੰਦੀ, ਵਾਕ ਵਿਉਂਤ ਹੁੰਦਾ ਵਾਕ ਵਿੱਚ ਸ਼ਬਦਾਂ ਦੀ ਵਿਉਂਤ ਹੁੰਦੀ ਹੈ। ਠੀਕ ਹੈ ਜੀ, ਜਿਵੇਂ ਜੱਟ ਹਲ ਵਾਹ ਰਿਹਾ ਹੈ, ਮੈਂ ਅਖਬਾਰ ਪੜ੍ਹ ਰਿਹਾ ਹਾਂ, ਵਿਦਿਆਰਥੀ ਸਵਾਲ ਕੱਢੇਗਾ, ਹੈ ਨਾ। ਇਹਨਾਂ ਵਾਕਾਂ ਦੇ ਵਿੱਚ ਪਹਿਲਾ ਕਰਤਾ ਕਿਰਿਆ ਕਰਨ ਵਾਲਾ ਆਇਆ ਹੈ, ਫਿਰ ਕਰਮ ਅਤੇ ਫਿਰ ਉਸ ਤੋਂ ਕਿਰਿਆ ਕਰਨ ਵਾਲਾ। ਦੇਖੋ ਇਹਦੇ ਵਿੱਚ ਤਿੰਨ ਸ਼ਬਦ ਆਉਣਗੇ, ਕਰਤਾ, ਕਰਮ ਅਤੇ ਕਿਰਿਆ। ਜਿਵੇਂ ਜੱਟ ਹਲ ਵਾਹੁੰਦਾ ਹੈ, ਜੱਟ ਹੈ ਜਿਹੜਾ ਕਰਤਾ ਹੈ, ਕਰਮ ਹਲ ਵਾਹ ਰਿਹਾ, ਕਿਰਿਆ ਕੀ ਹੈ, ਕਰਮ ਹੈਗਾ, ਹਲ ਹੈ, ਕਿਰਿਆ ਕੀ ਹੈ, ਵਾਹ ਰਿਹਾ ਹੈ। ਅੱਗੇ ਇਹਦੇ ਵਿੱਚ ਮੈਂ ਅਖਬਾਰ ਪੜ੍ਹ ਰਿਹਾ, ਮੈਂ ਕਰਤਾ ਹੈ, ਅਖਬਾਰ ਕਰਮ ਹੈ, ਜਦਕਿ ਕਿਰਿਆ ਕੀ ਹੈ, ਪੜ੍ਹ ਲਿਆ ਹੈ। ਵਿਦਿਆਰਥੀ ਕਰਤਾ ਹੈ, ਕਰਮ ਸਵਾਲ ਹੈ, ਅਤੇ ਕੱਢੇਗਾ ਇਹਦਾ ਮਤਲਬ ਉਹ ਕਿਰਿਆ ਕਰੂਗਾ। ਤਾਂ ਇਹ ਸੀਗਾ ਵਾਕ ਵਿਉਂਤ। ਵਾਕ ਵਿਉਂਤ ਬਾਰੇ ਆਪਾਂ ਗੱਲ ਕਰ ਲਈ ਹੈ। ਹੁਣ ਆਪਾਂ ਗੱਲ ਕਰਾਂਗੇ ਕਰਤਾ ਅਤੇ ਕਿਰਿਆ ਬਾਰੇ। ਪੰਛੀ ਉੱਡ ਰਹੇ ਹਨ, ਮਾਤਾ ਜੀ ਸੋ ਗਏ ਹਨ। ਠੀਕ ਹੈ ਜੀ, ਇਹਦੇ ਵਿੱਚ ਆ ਗਏ। ਇਸ ਦੇ ਵਿੱਚ ਕਰਮ ਨਹੀਂ ਵੀ ਆਉਂਦਾ, ਸਿੱਧੇ ਵੀ ਵਰਡ ਆ ਜਾਂਦੇ ਹੁੰਦੇ ਆ ਵਾਕ ਵਿਉਂਤ ਦੇ ਵਿੱਚ। ਹੁਣ ਕਰਾਂ ਵਾਕਾਂਸ਼ ਅਤੇ ਉਪਵਾਕ, ਹੈ ਨਾ। ਵਾਕਾਂਸ਼ ਕਿਹੜੇ ਹੁੰਦੇ ਆ ਅਤੇ ਉਪਵਾਕ ਕਿਹੜੇ ਹੁੰਦੇ, ਉਹਨਾਂ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਪਹਿਲਾਂ ਵਾਕਾਂਸ਼ ਕਿਹੜੇ ਹੁੰਦੇ, ਵਾਕਾਂਸ਼ ਵਾਕ ਦਾ ਅੰਸ਼ ਜਾਂ ਅੰਗ ਹੁੰਦੇ ਹਨ। ਇਹ ਸ਼ਬਦਾਂ ਦੇ ਉਹ ਸਾਰਥਕ ਸਮੂਹ ਹੁੰਦੇ ਜਿਸ ਦੀ ਵਾਕ ਵਾਂਗ ਸੁਤੰਤਰ ਹੋਂਦ ਨਹੀਂ ਹੁੰਦੀ ਹਨ, ਅਤੇ ਪਰ ਵਾਕ ਦੇ ਹਿੱਸੇ ਵਜੋਂ ਹੀ ਸਾਰਥਕ ਹੁੰਦੇ ਹਨ। ਦੇਖੋ ਇਹ ਹੁੰਦੇ ਤਾਂ ਵਾਕ ਵਾਂਗੂ ਹੀ ਆ, ਲੇਕਿਨ ਇਹ ਉਹਦੇ ਅੰਸ਼ ਹੁੰਦੇ ਆ, ਇਹ ਸੁਤੰਤਰ ਹੋਂਦ ਨਹੀਂ ਹੁੰਦੀ ਹੈ। ਜਿਵੇਂ ਉਦਾਹਰਨ ਦੇਖੋ, ਸਾਡੇ ਪਿੰਡ ਦੇ ਬਹੁਤ ਲੋਕ ਅੱਜ ਵਿਸਾਖੀ ਦਾ ਮੇਲਾ ਵੇਖਣ ਗਏ, ਆ ਤਾਂ ਇੱਕ ਵਾਕ ਹੋ ਗਿਆ। ਵਾਕਾਂਸ਼ ਕੀ ਹੋ ਗਿਆ, ਸਾਡੇ ਪਿੰਡ ਦੇ ਬਹੁਤ ਲੋਕ। ਠੀਕ ਹੈ ਜੀ, ਦੂਜਾ ਵਿਸਾਖੀ ਦਾ ਮੇਲਾ, ਤੀਜਾ ਵੇਖਣ ਗਏ ਹਨ। ਹੁਣ ਇਹ ਤਿੰਨੋਂ ਅੱਡ ਅੱਡ ਹੋ ਗਏ, ਇਹਨਾਂ ਦੀ ਸੁਤੰਤਰ ਹੋਂਦ ਨਹੀਂ ਹੈ, ਲੇਕਿਨ ਫਿਰ ਅੰਸ਼ ਤਾਂ ਹੈ ਨਾ। ਇਹ ਇਸ ਤਰੀਕੇ ਨਾਲ ਇਹ ਵਾਕਾਂਸ਼ ਹੋ ਗਏ। ਹੁਣ ਫਿਰ ਉਪਵਾਕ ਕਿਹੜੇ ਹੋ ਗਏ, ਉਪਵਾਕ ਨੂੰ ਆਪਾਂ ਲੈਂਦੇ ਹਾਂ। ਉਪਵਾਕ ਦੋਸਤੋ ਉਹ ਹੁੰਦੇ ਹੈ ਜਿਹੜੇ ਦੋ ਜਾਂ ਦੋ ਤੋਂ ਵੱਧ ਵਾਕ ਮਿਲ ਕੇ ਇੱਕ ਵਾਕ ਬਣਾਉਂਦੇ ਹਨ, ਉਹਨਾਂ ਨੂੰ ਉਪਵਾਕ ਕਹਿੰਦੇ ਹਨ। ਜਿਵੇਂ ਕਿ ਉਦਾਹਰਨ ਲਈ ਆਪਾਂ ਸਮਝੋ, ਉਹ ਹੈ ਟਿਊਸ਼ਨ ਰੱਖ ਕੇ ਪੜ੍ਹਿਆ ਅਤੇ ਇਮਤਿਹਾਨ ਵਿੱਚ ਨਕਲ ਮਾਰੀ ਫਿਰ ਵੀ ਪਾਸ ਨਾ ਹੋ ਸਕਿਆ।
ਇਸ ਵਾਕ ਦੇ ਵਿੱਚ ਲਕੀਰਾਂ ਜਿਹੜੀਆਂ ਥੱਲੇ ਅੰਡਰਲਾਈਨ ਕੀਤੀਆਂ ਗਈਆਂ ਹਨ, ਇਹ ਉਪਵਾਕ ਦੇ ਸੁਤੰਤਰ ਰੂਪ ਦੇ ਵਿੱਚ ਭਾਵ ਵਿਅਕਤ ਕਰਦੇ ਹਨ। ਜਿਵੇਂ 3 ਵਾਕ ਬਣ ਗਏ, ਉਹ ਟਿਊਸ਼ਨਾਂ ਰੱਖ ਕੇ ਪੜ੍ਹਿਆ, ਇਮਤਿਹਾਨ ਵਿੱਚ ਨਕਲ ਵੀ ਮਾਰੀ, ਫਿਰ ਵੀ ਪਾਸ ਨਾ ਹੋ ਸਕਿਆ। ਠੀਕ ਹੈ ਜੀ, ਇਹ ਹੋ ਗਏ ਉਪਵਾਕ, ਇਹ ਹੋ ਗਏ ਉਪਵਾਕ। ਹੁਣ ਆਪਾਂ ਗੱਲ ਕਰਦੇ ਹਾਂ ਵਾਕਾਂਸ਼ ਅਤੇ ਉਪਵਾਕ ਦਾ ਮੋਟਾ ਫਰਕ ਇਹੀ ਹੈ, ਧਿਆਨ ਨਾਲ ਸੁਣਿਓ ਜੀ। ਵਾਕਾਂਸ਼ ਅਤੇ ਉਪਵਾਕ ਦਾ ਮੋਟਾ ਫਰਕ ਇਹੀ ਹੈ ਕਿ ਉਪਵਾਕ ਵਿੱਚ ਉਦੇਸ਼ ਅਤੇ ਵਿਧੇਯ ਦੋਵੇਂ ਹੁੰਦੇ ਹਨ। ਉਪਵਾਕ ਵਿੱਚ, ਠੀਕ ਹੈ ਜੀ, ਉਦੇਸ਼ ਅਤੇ ਵਿਧੇਯ ਦੋਨੇ ਹੁੰਦੇ ਹੈ, ਜਦਕਿ ਵਾਕਾਂਸ਼ ਦੇ ਵਿੱਚ ਦੋਨਾਂ ਵਿੱਚੋਂ ਕੋਈ ਇੱਕ ਹੁੰਦਾ ਹੈਗਾ। ਠੀਕ ਹੈ ਜੀ, ਦੋਨੇ ਨਹੀਂ ਹੁੰਦੇਗੇ, ਇੱਕ ਹੀ ਹੁੰਦਾ ਹੈਗਾ। ਤਾਂ ਦੋਸਤੋ ਅੱਜ ਆਪਾਂ ਗੱਲ ਕੀਤੀ ਇਹਨਾਂ 2 ਟੌਪਿਕਾਂ ਦੇ ਬਾਰੇ, ਵਾਕ ਦੇ ਬਾਰੇ ਗੱਲ ਕੀਤੀ ਹੈ ਅਤੇ ਇਸ ਤੋਂ ਬਾਅਦ ਸ਼ਬਦ ਬਾਰੇ ਗੱਲ ਕੀਤੀ ਹੈ। ਤਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਦੋਸਤੋ ਜ਼ਰੂਰ ਦੱਸਿਓ ਅਤੇ ਕਮੈਂਟ ਅਤੇ ਲਾਈਕ ਜ਼ਰੂਰ ਕਰਿਓ। ਜੇਕਰ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਲਈ ਇਹ ਰੀਟ 2020 ਭਰਤੀ ਲਈ ਫਾਇਦੇਮੰਦ ਹੈ ਤਾਂ ਲਾਈਕ ਜ਼ਰੂਰ ਕਰੋ, ਆਪਣੇ ਮਿੱਤਰਾਂ ਵਿੱਚ ਸ਼ੇਅਰ ਕਰੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਜੈ ਹਿੰਦ, ਜੈ ਭਾਰਤ।